ठीक है। जिस दिन रजिस्टर होया उस दिन ਉਹਨੂੰ ITC ਕਲੇਮ ਮਿਲ ਜੂਗਾ ਉਸ ਸਟਾਕ ਦਾ ਜਿਹੜਾ ਉਹਦੇ ਕੋਲ ਪਿਆ ਸੀਗਾ ਜਿਸ ਦਿਨ ਉਹਦੀ ਲਾਇਬਿਲਿਟੀ ਬਣੀ ਉਸ ਤੋਂ ਇੱਕ ਦਿਨ ਪਹਿਲਾਂ। ਮੈਂ ਦੁਬਾਰਾ ਰਿਪੀਟ ਕਰਦਾ, ਇੱਕ ਬੰਦਾ GST 'ਚ ਕੰਮ ਕਰ ਰਿਹਾ ਸੀਗਾ, ਉਹਦੀ ਲਾਇਬਿਲਿਟੀ ਬਣ ਗਈ ਟੂ ਗੈਟ ਰਜਿਸਟਰਡ, ਉਹਨੇ ਵਿਦਿਨ 30 ਡੇਜ਼ ਨੂੰ ਰਜਿਸਟਰ ਹੋਣਾ, ਉਹ ਰਜਿਸਟਰ ਹੋ ਗਿਆ। ਜਿਸ ਦਿਨ ਉਹਦੀ ਲਾਇਬਿਲਿਟੀ ਬਣੀ ਟੂ ਗੈਟ ਰਜਿਸਟਰ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਉਹਦੇ ਕੋਲ ਸਟਾਕ ਪਿਆ ਸੀ ਉਹਦਾ ਉਹਨੂੰ ITC ਮਿਲੂਗਾ। ਠੀਕ ਹੈ ਜੀ। ਇਹਦਾ ਉਹਨੇ ਭਰਨਾ ਹੈਗਾ ਫਾਰਮ ITC 01। ਠੀਕ ਹੈ, ਮੈਂ ਹੁਣ ਲੈਂਗੁਏਜ ਪੜ੍ਹ ਦਿੰਦਾ। Taxpayer who applied for registration under this act within 30 days from the date on which he becomes liable for registration, entitled to the ITC in respect of inputs held in stock and inputs contained in semi-finished and finished goods held in stock on the day immediately preceding the date from which he became liable to pay tax under the provision of act. Clear? Then again, taxpayer who applied for the voluntary registration under this act, ਉਹ ਜਿਸ ਦਿਨ ਉਹਨੂੰ ਰਜਿਸਟ੍ਰੇਸ਼ਨ ਮਿਲ ਜਾਂਦੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਵਾਲਾ, entitled to the ITC in respect of inputs held in stock and input contained in semi-finished and finished goods held in stock on the day immediately preceding the date of the grant of registration। ਪਹਿਲੇ 'ਚ ਸੀਗਾ ਜਿਸ ਦਿਨ ਉਹ ਐਲੀਜੀਬਲ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ, ਵੋਲੰਟਰੀ ਜਗ੍ਹਾ ਜਿਸ ਦਿਨ ਰਜਿਸਟ੍ਰੇਸ਼ਨ ਮਿਲੀ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਉਹਨੂੰ ਮਿਲਿਆ ਸਟਾਕ ਸੀਗਾ ਉਹਦਾ ਉਹਨੂੰ ITC ਮਿਲੂਗਾ। ITC 01 ਫਾਰਮ ਭਰਨਾ। ਠੀਕ ਹੈ। Then है registered person ceases to pay tax under section 10। ਕੰਪੋਜੀਸ਼ਨ ਸਕੀਮ 'ਚੋਂ ਹੁਣ ਉਹ ਐਲੀਜੀਬਲ ਨਹੀਂ ਹੈ ਤਾਂ ਉਹ ਬੰਦਾ ਆਪਣਾ ਆ ਜਾਊਗਾ ਨਾਰਮਲ ਟੈਕਸ ਪੇ 'ਚ ਆ ਜਾਊਗਾ ਅਤੇ ਉਹਦੇ ਅੰਦਰ ਜਿਹੜਾ ਉਹਦੇ ਕੋਲ ITC ਪਿਆ ਸੀਗਾ ਉਹ ਲਾਸਟ ਦਿਨ ਜਿਸ ਦਿਨ ਉਹਦੀ ਕੰਡੀਸ਼ਨ ਮੁੱਕੀ ਤਾਂ ਉਸ ਦਿਨ ਉਹ ITC ਨੂੰ ਮਿਲ ਜੂਗਾ। ਫਾਰਮ ਭਰਨਾ ITC 01। ਇਹ 'ਚ ਮੈਂ ਤਾਂ ਪੜ੍ਹ ਦਿੰਦਾ ਸੈਕਸ਼ਨ 10 'ਚ ਕੀ ਲਿਖਿਆ। Entitled to ITC in respect of inputs held in stocks, inputs in semi-finished and finished goods held in stock and capital goods on the date immediately preceding the date from which he becomes liable to pay tax under section 9। ठीक है। Then exempt supply of goods and services both by registered person becomes taxable supply। बंदा exempt supply कर रहा है और taxable supply बन गई by notification of whatever भी है ना। ਤਾਂ ਜਿੰਨਾ ਵੀ ਉਹ ਸਟਾਕ ਪਿਆ ਸੀਗਾ ਉਸ ਲਾਸਟ ਜਿਸ ਦਿਨ ਉਹ ਟੈਕਸੇਬਲ ਸਪਲਾਈ ਹੋ ਰਹੀ ਹੈ ਇੱਕ ਦਿਨ ਪਹਿਲਾਂ ਉਹ ਸਾਰੇ ਸਟਾਕ ਦਾ ਉਹਨੂੰ ITC ਮਿਲੂਗਾ ਅਤੇ ਉਹਨੂੰ ਭਰਨਾ ਕੀ ਹੈ ਫਾਰਮ ITC 01। ਹੁਣ ਕੰਡੀਸ਼ਨ ਕੀ ਹੈ ਉਹਦੇ ਕੋਲ ਇਨਵੋਇਸਿਸ ਹੋਣ ਉਹਨਾਂ ਦੀਆਂ ਅਤੇ ਇਨਵੋਇਸਿਸ ਜਿਹੜੀਆਂ ਸਪਲਾਈ ਹੈਗੀ ਉਹ 1 ਸਾਲ ਤੋਂ ਪੁਰਾਣੀ ਨਾ ਹੋਵੇ। ਠੀਕ ਹੈ ਜੀ। ਮੈਂ ਪੜ੍ਹ ਦਿੰਦਾ ਇਹਦਾ। ਇਟ ਮੇ ਬੀ ਨੋਟਡ ਦੈਟ ਦ ਇਨਵੋਇਸਿਸ ਇਨ ਫੈਕਟ ਆਫ ਵਿਚ ITC ਇਜ਼ ਬੀਂਗ ਅਵੇਲਡ ਇਨ ਰਿਲੇਸ਼ਨ ਟੂ ਦ ਸਿਨੈਰੀਓ ਜਿਹੜੇ ਆਪਾਂ 4 ਕੀਤੇ। ਪਹਿਲਾ ਬੰਦਾ ਲਾਇਬਲ ਹੋ ਗਿਆ ਰਜਿਸਟਰਡ, ਦੂਸਰਾ ਵੋਲੰਟਰੀ, ਤੀਸਰਾ ਕੰਪੋਜੀਸ਼ਨ ਵਾਲਾ ਲਾਇਬਲ ਹੋ ਗਿਆ ਟੂ ਰਜਿਸਟਰਡ, ਚੌਥਾ ਐਗਜ਼ੈਂਪਟ ਟੂ ਟੈਕਸੇਬਲ 'ਚ ਆ ਗਿਆ। ਤਾਂ above should ਉਦੋਂ ITC ਉਹਦੇ ਕੋਲ ਇਨਵੋਇਸਿਸ ਹੋਣ should not be more than 1 year old। ਫਰਦਰ ਮੈਂ ਪਹਿਲਾਂ ਹੀ ਦੱਸ ਚੁੱਕਾ GST ITC 01 ਭਰਨਾ ਉਹਨੇ। Declaration to be made in GST ITC 01 specifying details relating to the inputs held in stock and inputs contained in semi-finished and finished goods must be filled within 30 days from becoming liable for registration। Okay, clear ਹੈ ਜੀ। ਹੁਣ ਆਪਾਂ ਆ ਗਏ ਚੇਂਜ ਆਫ ਕਨਸਟੀਟਿਊਸ਼ਨ ਹੋਈ। ਜਦੋਂ ਚੇਂਜ ਆਫ ਕਨਸਟੀਟਿਊਸ਼ਨ ਹੋਈ ਤਾਂ ਉਦੋਂ ਆਪਾਂ ਇਹ ਦੇਖਣਾ ਗਿਆ ਕਿ ਲਾਇਬਿਲਟੀਜ਼ ਟ੍ਰਾਂਸਫਰ ਹੋਈਆਂ। ਟ੍ਰਾਂਸਫਰ ਆਫ ਬਿਜ਼ਨਸ ਤਾਂ ਹੋਇਆ, ਟ੍ਰਾਂਸਫਰ ਲਾਇਬਿਲਟੀਜ਼ ਹੋਈਆਂ। ਜੇ ਟ੍ਰਾਂਸਫਰ ਆਫ ਲਾਇਬਿਲਟੀਜ਼ ਹੋਈਆਂ ਤਾਂ ITC 02 ਭਰ ਕੇ ਉਹਦਾ ITC ਵੀ ਟ੍ਰਾਂਸਫਰ ਹੋ ਸਕਦਾ। ਠੀਕ ਹੈ। ਮੈਂ ਦੁਬਾਰਾ ਪੜ੍ਹਨ ਕੀ ਹੈ ਟ੍ਰਾਂਸਫਰ ਆਫ ITC ਅਪੋਨ ਚੇਂਜ ਆਫ ਕੰਸਟੀਟਿਊਸ਼ਨ ਆਫ ਬਿਜ਼ਨਸ ਵਿਦ ਦ ਸਪੈਸੀਫਿਕ ਪ੍ਰੋਵੀਜ਼ਨ ਫॉर द ट्रांसफर ऑफ लाइबिलिटीज। Transfer allowed to transfer unutilized ITC in his electronic tax ledger to the transferee by furnishing detail in ITC 02। ठीक है। तो in case of demerger ਜਦੋਂ demerger ਹੋਇਆ ਤਾਂ ITC to be apportioned ਜਿਹੜੀ ਵੈਲਿਊ ਆਫ ਸੈਟਸ ਹੋਈਆਂ ਉਹਦੇ ਅਕੋਰਡਿੰਗਲੀ ITC ਹੋ ਜਾਏਗੀ। ਕਲੀਅਰ ਸਿੰਪਲ ਪਾਰਲੈਂਸ ਹੈ ਨਾ। ਸੋ ਜਦੋਂ ਟ੍ਰਾਂਸਫਰ ਹੋਇਆ ਉਦੋਂ ਆਪਾਂ ਦੇਖਣਾ ਕਿ ਟ੍ਰਾਂਸਫਰ ਲਾਇਬਿਲਿਟੀਜ਼ ਹੋਈਆਂ। ਜੇ ਟ੍ਰਾਂਸਫਰ ਲਾਇਬਿਲਿਟੀਜ਼ ਹੋਈਆਂ ਤਾਂ ITC 02। ਜੇ ਡੀਮਰਜਰ ਹੋਇਆ ਤਾਂ ਜਿੱਦਾਂ ਅਸੈਟਸ ਦੀ ਵੈਲਿਊ ਹੋਈ ਹੈ ਉੱਦਾਂ ਹੀ ITC ਵੀ ਹੋ ਜਾਏਗਾ। Then taxpayer opts for composition scheme where the goods and services of both supplied by him becomes wholly exempt। ਹੁਣ ਬੰਦਾ ਟੈਕਸ ਕੰਪੋਜੀਸ਼ਨ ਸਕੀਮ ਚਲਾ ਗਿਆ, ਸਿੰਪਲ ਹੈ, ਉਹਦਾ ਸਾਰਾ ਲੈਪਸ ਹੋ ਜਾਏਗਾ। ਉਹਨੇ ਭਰਨਾ ਹੈਗਾ ITC 03। ਠੀਕ ਹੈ। ਇਹ ਆਪਾਂ ਪਹਿਲਾਂ ਹੀ ਜਿਹੜੀ 3rd ਵੀਡੀਓ ਬੁੱਕ ਸ਼ੇਅਰ ਕੀਤੀ ਹੈ ਕੰਪੋਜੀਸ਼ਨ ਵਿੱਚ ਮੈਂ ਪੂਰਾ ਐਕਸਪਲੇਨ ਕੀਤਾ, ਤੁਸੀਂ ਉਹਨੂੰ ਦੇਖ ਸਕਦੇ ਹੋ, ਹੈ ਨਾ। ਦੈਨ ਹੈਗਾ ITC on reversal of supply of goods and plants machinery on which ITC has been availed। ਇਹ ਹੁਣ ਥੋੜਾ ਧਿਆਨ ਨਾਲ ਸੁਣੋ, ਥੋੜਾ ਟ੍ਰਿਕੀ ਹੈ।
ITC reversal on supply of capital goods and plants and machinery on which ITC has been availed. कोई कैपिटल गुड्स ਦੀ ਸਪਲਾਈ ਹੋਈ ਉੱਥੇ ITC ਅਵੇਲ ਕੀਤਾ ਹੋਇਆ ਤਾਂ ਉਹਦੀ ਰਿਵਰਸਲ ਕਿਵੇਂ ਪਊਗੀ? ਇੱਕ ਤਾਂ ਆਪਾਂ ਇਹ 'ਚ ਦੋ ਚੀਜ਼ਾਂ ਨੂੰ ਕੰਪੇਅਰ ਕਰਾਂਗੇ। ਇੱਕ ਤਾਂ ਸੈਕਸ਼ਨ 15 'ਚ ਜਿਹੜੀ ਵੈਲਿਊ ਬਣੀ ਉਹ ਆਪਾਂ ਅਲੱਗ ਪੜ੍ਹਾਂਗੇ, ਵੈਲਿਊ ਆਫ ਸਪਲਾਈ ਅਲੱਗ ਕਰਾਂਗੇ ਟੌਪਿਕ। ਇਸ ਟਾਈਮ ਇਹ ਯਾਦ ਰੱਖੋ ਸੈਕਸ਼ਨ 15 ਜਿਹੜੀ ਵੈਲਿਊ ਬਣੀ ਇੱਕ ਤਾਂ ਉਹ ਦੇਖਾਂਗੇ, ਠੀਕ ਹੈ। ਇੱਕ ਆਪਾਂ ਦੇਖਾਂਗੇ ਕਿ ITC ਜਦੋਂ ਉਹ ਪਰਚੇਜ਼ ਹੋਈ ਮਸ਼ੀਨਰੀ, ਠੀਕ ਹੈ, ਉਹ ਮਸ਼ੀਨਰੀ ਪਰਚੇਜ਼ ਹੋਈ ਉਸ ਤੋਂ ਲੈ ਕੇ ਹੁਣ ਤੱਕ ਜਦੋਂ ਮਸ਼ੀਨਰੀ ਆਪਾਂ ਸਪਲਾਈ ਕੀਤੀ ਅੱਗੇ ਕਿੰਨੇ ਕੁਆਟਰ ਆ ਗਏ ਪਾਰਟ ਦੇਅਰ ਆਫ, ਠੀਕ ਹੈ। ਉਹ ਇੱਕ ਇੱਕ ਕੁਆਟਰ ਦਾ ਉਸ ਕੈਪੀਟਲ ਗੁੱਡ ਦਾ ਜਿਹੜਾ ITC ਇਨੀਸ਼ੀਅਲੀ ਕਲੇਮ ਹੋਇਆ ਸੀ, ਜਿਹੜਾ ਐਕਚੁਅਲ ITC ਟੋਟਲ ਸੀਗਾ ਉਹਦਾ 5% ਘਟਾਈ ਜਾਵਾਂਗੇ ਪਰ ਕੁਆਟਰ। ਇਹ ITC ਤੇ ਜਿਹੜਾ ITC ਬਣਿਆ ਔਨ ਵੈਲਿਊ ਆਫ ਗੁੱਡਸ ਅੰਡਰ ਸੈਕਸ਼ਨ 15 ਜਿਹੜਾ ਜ਼ਿਆਦਾ ਹੋਇਆ ਆਪਾਂ ਉਹ ਰਿਵਰਸਲ ਦੇਣੀ ਹੈ, ਸਮਝੇ। ਮੈਂ ਇਹਨੂੰ ਦੁਬਾਰਾ ਤੁਹਾਨੂੰ ਦੱਸਦਾ, ਲੈਂਗੁਏਜ ਪਹਿਲਾਂ ਪੜ੍ਹ ਕੇ ਫਿਰ ਤੁਹਾਨੂੰ ਦੁਬਾਰਾ ਸਮਝਾਉਣਾ। Registered person to pay an amount equal to the ITC taken on said capital goods or plants and machinery reduced by 5 percentage points for every quarter or part thereof, or the tax on the transaction value of such capital goods or plants and machinery determined under section 15 whichever is higher। ਦੁਬਾਰਾ ਆਪਾਂ ਦੇਖੀਏ ਕੀ ਹੈਗਾ। ਕੋਈ ਕੈਪੀਟਲ ਗੁੱਡਸ ਐਂਡ ਪਲਾਂਟ ਐਂਡ ਮਸ਼ੀਨਰੀ ਜਿੱਥੇ ਆਪਾਂ ITC ਅਵੇਲ ਕੀਤਾ, ਕੈਪੀਟਲ ਗੁੱਡ ਦਾ ITC ਅਵੇਲ ਕੀਤਾ ਹੋਇਆ ਹੈ, ਉਹ ਸਪਲਾਈ ਕੀਤੀ, ਉਹਦੀ ਫਿਰ ਰਿਵਰਸਲ ਕਿਵੇਂ ਪਾਵਾਂਗੇ? ਦੋ ਚੀਜ਼ਾਂ ਨੂੰ ਕੰਪੇਅਰ ਕਰਾਂਗੇ। ਇੱਕ ਤਾਂ ਉਹਦੀ ਸੈਕਸ਼ਨ 15 ਦੇ ਅਕੋਰਡਿੰਗ ਵੈਲਿਊ ਕਿੰਨੀ ਬਣੀ, ਉਹਤੇ ITC ਕਿੰਨਾ ਬਣਿਆ, ਠੀਕ ਹੈ। ਇੱਕ ਜਿਹੜੀ ਉਹਦਾ ਐਕਚੁਅਲ ITC ਸੀਗਾ ਇਨੀਸ਼ੀਅਲੀ ਜਦੋਂ ਪਰਚੇਜ਼ ਕੀਤਾ ਅਤੇ ਹੁਣ ਤੱਕ ਕੁਆਟਰ ਕਿੰਨੇ ਲੰਘ ਗਏ ਐਂਡ ਪਾਰਟ ਦੇਅਰ ਆਫ, ਪਰ ਕੁਆਟਰ 5% ਰਿਡਿਊਸ ਕਰਾਂਗੇ। ਉਹ ਦੋਨਾਂ 'ਚੋਂ ਜਿਹੜਾ ਹਾਇਰ ਹੈ ਉਨੀ ਰਿਵਰਸਲ ਪਊਗੀ। ਕਲੀਅਰ ਹੈ ਜੀ। ਹੁਣ ਆਪਾਂ ਅੱਗੇ ਆਗੇ ਕੈਪੀਟਲ ITC ਇਨ ਰਿਸਪੈਕਟ ਆਫ ਦ ਆਪਣਾ ਕੈਪੀਟਲ ਗੁੱਡਸ ਜਿਹੜੇ ਕਿ ਪ੍ਰਿੰਸੀਪਲ ਤੋਂ ਗਏ ਹੈਗੇ ਨੇ ਟੂ ਦਾ ਜੋਬ ਵਰਕਰ। ਇਹਦੇ 'ਚ ਦੋ ਚੀਜ਼ਾਂ ਬੜੀ ਧਿਆਨ ਰੱਖਣੀਆਂ। ਕੈਪੀਟਲ ਗੁੱਡਸ ਖਰੀਦੇ ਪ੍ਰਿੰਸੀਪਲ ਨੇ, ਸਿੱਧੇ ਜੋਬ ਵਰਕਰ ਕੋਲ ਚਲੇ ਗਏ ਤਾਂ ਉਹਦਾ ਉਹ ITC ਕਲੇਮ ਕਰ ਸਕਦਾ। ਕਿਵੇਂ ਕਰ ਸਕਦਾ? ਜਿਹੜੇ ਰੂਲਸ ਨੇ ਉਹ ਪਹਿਲਾਂ ਆਪਾਂ ਦੱਸ ਚੁੱਕੇ ਹਾਂ, ਸੇਮ ਰੂਲ ਅਪਲਾਈ ਹੋਣਗੇ। ਸਿਮਿਲਰਲੀ ਗੁੱਡਸ ਨੇ, ਜੇ ਗੁੱਡਸ ਸਿੱਧੀਆਂ ਚਲੇ ਗਈਆਂ ਜੋਬ ਵਰਕਰ ਕੋਲ ਤਾਂ ਵੀ ਉਹਦਾ ਜਿਹੜਾ ITC ਹੈਗਾ ਉਹ ਪ੍ਰਿੰਸੀਪਲ ਕਲੇਮ ਕਰ ਸਕਦਾ, ਠੀਕ ਹੈ। ਇਹਦੇ 'ਚ ਇੱਕ ਪਹਿਲਾਂ ਫਾਰਮ ਸੀਗਾ ITC 04, ਪਰ ਇਹ ਡੈਫਰ ਹੋ ਗਿਆ ਸੀਗਾ। ਇਹ ਡੈਫਰ ਹੋ ਗਿਆ ਸੀਗਾ ਬਾਈ ਨੋਟੀਫਿਕੇਸ਼ਨ ਨੰਬਰ 38/2019, ਜੁਲਾਈ 2017 ਤੋਂ ਮਾਰਚ 2019 ਤੱਕ ਇਹ ਡੈਫਰ ਹੋ ਗਿਆ ਸੀਗਾ। ਉਸ ਤੋਂ ਬਾਅਦ ਹੁਣ ਇਹ 'ਚ ਧਿਆਨ ਰੱਖਣਾ ਹੈ ਕਿ ਜਿਹੜਾ ਬੰਦੇ ਨੇ April 2019 ਤੋਂ ਲੈ ਕੇ ਜੂਨ 2019 ਦਾ ਜਿਹੜਾ ITC 04 ਭਰਿਆ, ਉਹਦੇ ਸੀਰੀਅਲ ਨੰਬਰ 4 'ਚ ਉਹਨੇ ਉਹ ਸਾਰੇ ਚਲਾਨ ਦੱਸਣੇ ਨੇ ਜਿਹੜੇ ਪ੍ਰਿੰਸੀਪਲ ਤੋਂ ਜੋਬ ਵਰਕਰ ਕੋਲ ਗਏ ਪਰ ਵਾਪਸ ਨਹੀਂ ਆਏ। ਮੈਂ ਦੁਬਾਰਾ ਰਿਪੀਟ ਕਰਦਾ, ਪ੍ਰਿੰਸੀਪਲ ਕੋਲ ਕੈਪੀਟਲ ਗੁੱਡਸ ਜਾਂ ਦੂਸਰੇ ਗੁੱਡਸ ਨਹੀਂ ਆਏ, ਸਿੱਧੇ ਚਲੇ ਗਏ ਜੋਬ ਵਰਕਰ ਕੋਲ, ਤਾਂ ਉਹਦਾ ITC ਕਲੇਮ ਕਰ ਸਕਦਾ। ਪਹਿਲੀ ਗੱਲ। ਦੂਸਰੀ ਗੱਲ, ITC 04 ਭਰਨਾ ਸੀਗਾ ਜਿਸ 'ਚ ਉਹਨੇ ਪੂਰੀ ਡਿਟੇਲ ਦੇਣੀ ਸੀ ਚਲਾਨਸ ਵਗੈਰਾ ਦੀ, ਉਹ ਡੈਫਰ ਹੋ ਗਿਆ ਸੀਗਾ। ਨੋਟੀਫਿਕੇਸ਼ਨ ਨੰਬਰ 38/2019 ਡੈਫਰ ਰਿਹਾ ਫਰੋਮ ਮਾਰਚ 2017 ਤੋਂ ਜੁਲਾਈ 2017 ਤੋਂ ਮਾਰਚ 2019 ਤੱਕ। ਅਗਲੀ ਬਹੁਤ ਜ਼ਰੂਰੀ ਗੱਲ, ਜਿਹੜਾ April 2019 ਤੋਂ ਜੂਨ 2019 ਦਾ ਜਿਹੜਾ ITC 04 ਭਰਿਆ, ਉਹਦੇ ਸੀਰੀਅਲ ਨੰਬਰ 4 'ਚ ਉਹਨਾਂ ਨੇ ਡਿਕਲੇਅਰ ਕਰਨਾ ਉਹ ਸਾਰੇ ਚਲਾਨਸ ਜਿਹੜਾ ਕਿ ਮਾਲ ਉਹਨਾਂ ਕੋਲੋਂ ਜੋਬ ਵਰਕਰ ਕੋਲ ਗਿਆ ਪਰ ਵਾਪਸ ਨਹੀਂ ਆਇਆ, ਠੀਕ ਹੈ। ਹੁਣ ਮੈਂ ਤੁਹਾਨੂੰ ਸਾਰੀ ਲੈਂਗੁਏਜ ਪੜ੍ਹ ਦਿੰਦਾ ਕੀ ਹੈਗਾ। ਟੇਕਿੰਗ ITC in respect of inputs and capital goods sent for job work. Principal shall avail ITC for the inputs and capital goods sent to a job worker for job work. It may be noted that principal shall be entitled to take ITC on inputs and capital goods even if the same are directly sent to the job worker for job work without being first brought to his own place of business. Clear है? तो पढ़ लिया। ਹੁਣ दूसरा ITC 04 वाला पॉइंट, as per rule 45(3) the PGST rules 2017, the principal manufacturer is required to file form GST ITC 04 mentioning therein details of challans respect of goods dispatched to a job worker or received from job worker or sent from one job worker to another job worker
However, via notification number 30/2019, Central Tax dated 31 August 2019, this requirement has been waived off for the period from July 2017 to March 2019. But the taxpayer is required to furnish the details of all the challans in respect of goods dispatched to a job worker in the period from July 2017 to March 2019 but not received from a job worker or not supplied from the place of the job worker as on 31 March 2019 in serial number 4 of the form ITC 04 for the quarter of April to June 2019. क्लियर हो गया जी? ਹੁਣ ਹੈਗਾ ਅੱਗੇ ਮੈਨਰ ਆਫ ਡਿਸਟ੍ਰੀਬਿਊਸ਼ਨ ਆਫ ਕ੍ਰੈਡਿਟ ਆਫ ਦ ਇਨਪੁਟ ਸਰਵਿਸ ਡਿਸਟ੍ਰੀਬਿਊਟਰ। ਆਪਾਂ ਇਨਪੁਟ ਸਰਵਿਸ ਡਿਸਟ੍ਰੀਬਿਊਟਰ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਇੱਕ ਹੈੱਡਕੁਆਟਰ ਹੁੰਦਾ ਹੈ, ਉਹ ਸਭ ਸਰਵਿਸ ਲੈਂਦਾ ਹੈ, ਫਿਰ ਉਹ ਜਿਹੜੀ ਸਰਵਿਸ ਦੀ ਇਨਪੁਟਸ ਹੈਗੀਆਂ ਉਹ ਆਪਣੇ ਸਾਰੇ ਬ੍ਰਾਂਚ ਨੂੰ ਦਿੰਦਾ ਹੈ, ਉਹ ਇਨਪੁਟ ਨੂੰ ਡਿਵਾਈਡ ਕਰਦਾ ਹੈ ਅਤੇ ਡਿਵਾਈਡ ਕਿਵੇਂ ਕਰਦਾ ਹੈ? ਉਹ ਕਰਦਾ ਹੈਗਾ ਟਰਨਓਵਰ ਵਾਈਜ਼, ਕਿੰਨੀ ਟਰਨਓਵਰ ਹੈ, ਟੋਟਲ ਟਰਨਓਵਰ ਪ੍ਰਪੋਰਸ਼ਨੇਟਲੀ ਸਾਰਿਆਂ ਨੂੰ ਕਰਦਾ ਪ੍ਰੋ ਡਾਟਾ ਬੇਸਿਸ 'ਤੇ। ਠੀਕ ਹੈ, ਇਹਦੇ 'ਚ 2-3 ਗੱਲਾਂ ਇੰਪੋਰਟੈਂਟ ਨੇ। ਪਹਿਲਾਂ ਤਾਂ ਜਿਹੜਾ ਹੈਗਾ ਇੱਕ ਇਹਦਾ ਰੂਲ ਜਿਹੜਾ ਹੈਗਾ ਰੂਲ 54 ਦਾ ਸਬ ਰੂਲ 1 ਹੈ। ਠੀਕ ਹੈ, ਇਹ ਧਿਆਨ ਰੱਖਿਓ। ISD ਦਾ ਹੈਗਾ ਰੂਲ 54 ਸਬ ਰੂਲ 1। ਇਹਦੇ 'ਚ ਦੋ ਬੜੀਆਂ ਸਿੰਪਲ ਜਿਹੀ ਪੰਜਾਬੀ ਨੂੰ ਦੱਸ ਦਿੰਦਾ ਚੀਜ਼ਾਂ ਕੀ ਨੇ। ਜਿੰਨਾ ਇਨਪੁਟ ਐਲੀਜੀਬਲ ਹੈ ਉਸ ਤੋਂ ਬਾਅਦ ਉਹ ਡਿਸਟਰੀਬਿਊਟ ਨਹੀਂ ਕਰ ਸਕਦਾ, ਪਹਿਲੀ ਗੱਲ, ਬਟ ਆਬਵੀਅਸ ਹੈ ਨਾ। ਦੂਸਰਾ ਹੈਗਾ ਕਿ ਜਦੋਂ ਉਹਨੇ ਬ੍ਰਾਂਚਿਸ ਨੂੰ ਦੇਣਾ ਹੈ, ਜੇ ਤਾਂ ਸਰਵਿਸ ਇੱਕ ਐਕਸਕਲੂਸਿਵ ਬ੍ਰਾਂਚ ਨੇ ਹੀ ਯੂਜ਼ ਕੀਤੀ ਤਾਂ ਉਹ ਸਾਰਾ ਕ੍ਰੈਡਿਟ ਉਹਨੂੰ ਹੀ ਜਾਊਗਾ। ਜੇ ਜੁਆਇੰਟਲੀ ਯੂਜ਼ ਹੋਈਆਂ ਤਾਂ ਉਹ ਜਾਊਗਾ ਪ੍ਰੋ ਰੇਟਾ ਬੇਸਿਸ 'ਤੇ ਜਿਵੇਂ ਜਿਵੇਂ ਉਹਨਾਂ ਦੀ ਟਰਨਓਵਰ ਹੈਗੀ ਹੈ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ। ਇਨਪੁਟ ਸਰਵਿਸ ਡਿਸਟ੍ਰੀਬਿਊਟਰ ਜਿਹੜੀ ITC ਦਾ ਡਿਸਟ੍ਰੀਬਿਊਸ਼ਨ ਹੈਗੀ ਹੈ ਉਹ ਹੈਗਾ ਰੂਲ 54 ਸਬ ਰੂਲ 1। ਜਿੰਨਾ ਇਨਪੁਟ ਹੈਗਾ ਉਹ ਤੋਂ ਜ਼ਿਆਦਾ ਉਹ ਡਿਸਟ੍ਰੀਬਿਊਟ ਨਹੀਂ ਕਰ ਸਕਦਾ, ਬਟ ਆਬਵੀਅਸ ਜੇ ਸਰਵਿਸ ਕਿਸੇ ਪਰਟੀਕੂਲਰ ਬ੍ਰਾਂਚ ਨੇ ਹੀ ਲਈ ਹੈ ਤਾਂ ਉਹ ਸਾਰਾ ਇਨਪੁਟ ਉਹਨੂੰ ਹੀ ਜਾਊਗਾ, ਕਿਸੇ ਹੋਰ ਨੂੰ ਨਹੀਂ ਜਾ ਸਕਦਾ। ਜੇ ਜੁਆਇੰਟਲੀ ਹੋਈ ਹੈ ਤਾਂ ਫਿਰ ਉਹ ਜਿੰਨੀ ਉਹਨਾਂ ਦੀ ਟਰਨਓਵਰ ਹੈਗੀ ਹੈ ਆਪਣੀ ਆਪਣੀ ਜਗ੍ਹਾ 'ਚ ਸਟੇਟ 'ਤੇ ਟੋਟਲ ਟਰਨਓਵਰ ਪ੍ਰੋ ਰੇਟਾ ਬੇਸਿਸ 'ਤੇ ਉਹਨਾਂ ਨੂੰ ਉਹ ਇਨਪੁਟ ਸਰਵਿਸ ਡਿਸਟ੍ਰੀਬਿਊਟ ਹੋਊਗੀ। ਹੁਣ ਮੈਂ ਪੜ੍ਹ ਦੇਣਾ ਹੈ। ਠੀਕ ਹੈ, ITC can be distributed against the ISD invoice and credit note of any document issued by an ISD in accordance with the provision of sub rule 1 of sub rule 54. Sub rule 54. Amount of ITC distributed shall not exceed the amount of ITC available for distribution. Very clear? ITC attributed to a recipient can be distributed to only that recipient. We पढ़ लें। ITC to more than one recipient should be determined amongst them as per their turnover. So the pro rata distribution of ITC, the turnover in a state or UT of such recipient during the relevant period to the aggregate of the turnover of all such recipients which are operation in that current year during the said relevant period is to be considered. Simple है। 30%, 40%, 50% ਤਿੰਨਾਂ ਦਾ ਸੀਗਾ ਤਾਂ ਉੱਦਾਂ ਹੀ ਉਹਨਾਂ ਨੂੰ ਡਿਸਟਰੀਬਿਊਟ ਹੋ ਜਾਣਾ। ਠੀਕ ਹੈ ਨਾ। ਜੇ ਕਿਸੇ ਬ੍ਰਾਂਚ ਨੇ ਐਕਸਕਲੂਸਿਵ ਇਨਪੁਟ ਯੂਜ਼ ਕੀਤੀ ਸੀਗੀ, ਸਰਵਿਸ ਯੂਜ਼ ਕੀਤੀ ਤਾਂ ਸਾਰਾ ਉਹ ਇਨਪੁਟ ਉਹਨੂੰ ਮਿਲਣਾ। ਠੀਕ ਹੈ, ਜਿੰਨਾ ਇਨਪੁਟ ਟੋਟਲ ਹੈਗਾ ਉਹ ਤੋਂ ਜ਼ਿਆਦਾ ਤੁਸੀਂ ਇਨਪੁਟ ਡਿਸਟਰੀਬਿਊਟ ਨਹੀਂ ਕਰ ਸਕਦੇ। ਸਿੰਪਲ। ਫਿਰ ਅੱਗੇ ਹੈਗਾ ਕਿ ਜੇ ਕੋਈ ਇਨਪੁਟ ਵੱਧ ਡਿਸਟਰੀਬਿਊਟ ਹੋ ਗਿਆ ਤਾਂ ਉਹਦਾ ਕੀ ਹੈਗਾ, ਤਾਂ ਉਹ ਸੈਕਸ਼ਨ 20 'ਚ ਦਿੱਤਾ ਹੋਇਆ। ਐਨੀ ਡਿਸਟਰੀਬਿਊਸ਼ਨ ਆਫ ITC by ISD in contravention of provision contained in section 20 resulting in excess distribution of credit to one or more recipient credit shall be recovered from such recipient along with interest. Simple। कि जो उन्होंने गलती नाल ਵੱਧ डिस्ट्रीब्यूट करता वो रिवर्स होगा along with interest। ठीक है जी। ਹੁਣ ਆਪਾਂ ਆ ਗਏ ਲਾਸਟ ਟੌਪਿਕ ਆਫ ITC ਤੇ। ਇਹ ਜਿਹੜਾ ਹੈਗਾ ਇਹ ਕਹਿੰਦਾ ਕਿ ਜਿਹੜਾ ITC ਹੈਗਾ ਇਹਦੀ ਯੂਟੀਲਾਈਜੇਸ਼ਨ ਕਿਵੇਂ ਹੋਊ। ਜਦੋਂ ਪਹਿਲਾਂ ਇਨੀਸ਼ੀਅਲੀ GST ਆਇਆ ਸੀ ਤਾਂ ਕੀ ਸੀਗਾ, IGST ਯੂਜ਼ ਹੋਊਗਾ ਪਹਿਲਾਂ IGST ਵਾਸਤੇ, ਫਿਰ CGST ਵਾਸਤੇ, ਫਿਰ SGST ਵਾਸਤੇ। SGST ਯੂਜ਼ ਹੋਊਗਾ ਪਹਿਲਾਂ SGST ਵਾਸਤੇ, ਫਿਰ IGST ਵਾਸਤੇ। CGST ਯੂਜ਼ ਹੋਊਗਾ ਪਹਿਲਾਂ CGST ਵਾਸਤੇ, ਫਿਰ IGST ਵਾਸਤੇ। ਮੈਂ ਦੁਬਾਰਾ ਰਿਪੀਟ ਕਰਦਾ। ਆਪਾਂ ਹੁਣ ਲਾਸਟ ਟੌਪਿਕ 'ਤੇ ਆ ਗਏ ITC 'ਤੇ। ਇਹ ਕਿ ਯੂਟੀਲਾਈਜੇਸ਼ਨ ਕਿਵੇਂ ਹੋਊਗੀ ITC ਦੀ। ਜਦੋਂ GST ਐਕਟ ਲੱਗਾ ਸੀ ਉਦੋਂ ਕਾਨੂੰਨ ਕਹਿੰਦਾ ਸੀਗਾ ਕਿ IGST ਯੂਜ਼ ਹੋਊਗਾ ਪਹਿਲਾਂ ਫॉर द IGST ਦੀ ਆਊਟਸਟੈਂਡਿੰਗ ਲਾਇਬਿਲਿਟੀ ਨੂੰ ਮੀਟ ਕਰੂਗਾ, ਫਿਰ CGST ਦੀ ਆਊਟਸਟੈਂਡਿੰਗ ਲਾਇਬਿਲਿਟੀ ਨੂੰ ਮੀਟ ਕਰੂਗਾ, ਫਿਰ SGST ਦੀ ਆਊਟਸਟੈਂਡਿੰਗ ਲਾਇਬਿਲਿਟੀ ਮੀਟ ਕਰੂਗਾ। CGST ਸਿਮਿਲਰਲੀ ਪਹਿਲਾਂ CGST ਨੂੰ ਮੀਟ ਕਰੂਗਾ, ਫਿਰ ਮੀਟ ਕਰੂਗਾ IGST ਲਾਇਬਿਲਿਟੀ ਨੂੰ।
SGST ਪਹਿਲਾਂ SGST ਦੀ ਲਾਇਬਿਲਿਟੀ ਨੂੰ ਮੀਟ ਕਰੂਗਾ, ਫਿਰ IGST ਲਾਇਬਿਲਿਟੀ ਨੂੰ ਮੀਟ ਕਰੂਗਾ। ਬੇਸਿਕ ਪੁਆਇੰਟ ਇਹ ਸੀਗਾ ਕਿ CGST ਤੇ SGST ਦੀ ਆਪਸ ਲਾਇਬਿਲਿਟੀਆਂ ਨਹੀਂ ਮੈਚ ਕਰ ਸਕਦੇ, ਤੇ ਇੱਕ IGST ਦੇ ਅੰਦਰ ਪ੍ਰੈਫਰੈਂਸ ਸੀਗੀ ਕਿ ਪਹਿਲਾਂ IGST ਨੂੰ, ਫਿਰ CGST ਨੂੰ, ਫਿਰ SGST ਨੂੰ। ਇਸ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਆਈ ਹੈਗੀ ਹੈ, ਨੋਟੀਫਿਕੇਸ਼ਨ ਨੰਬਰ 16 ਆਫ 2019 ਡੇਟਡ 29 ਮਾਰਚ 2019। ਇਹਦੇ 'ਚ ਇੱਕ ਰੂਲ ਨਵਾਂ ਪਾਇਆ ਗਿਆ, ਰੂਲ 88A। ਜਿਹੜਾ ਰੂਲ 88A ਹੈਗਾ, ਇਹਦੇ 'ਚ ਬੇਸਿਕ ਕੰਡੀਸ਼ਨ ਕੀ ਆਈ ਹੈਗੀ ਹੈ, CGST ਤੇ SGST ਵਾਲਾ ਤਾਂ ਸੇਮ ਹੀ ਹੈ ਕਿ CGST ਪਹਿਲਾਂ CGST ਵਾਸਤੇ, ਫਿਰ IGST ਵਾਸਤੇ, SGST ਪਹਿਲਾਂ SGST ਵਾਸਤੇ, ਫਿਰ IGST ਵਾਸਤੇ। ਪਰ IGST 'ਚ ਇਹਨਾਂ ਨੇ ਫਲੈਕਸੀਬਿਲਿਟੀ ਦਿੱਤੀ ਕਿ IGST ਦਾ ਜਿਹੜਾ ITC ਹੈਗਾ, ਉਹ ਪਹਿਲਾਂ IGST ਦੀ ਆਊਟਸਟੈਂਡਿੰਗ ਲਾਇਬਿਲਿਟੀ ਨੂੰ ਮੀਟ ਕਰੇਗਾ ਕੰਪਲੀਟਲੀ ਐਂਡ ਫੁੱਲੀ। ਜੇ ਉਹ ਮੀਟ ਹੋਗੀ, ਉਸ ਤੋਂ ਬਾਅਦ CGST ਤੇ SGST ਦੀ ਲਾਇਬਿਲਿਟੀ ਮੀਟ ਜਿਹੜੀ ਕਰਨੀ ਹੈ, ਉਹ ਟੈਕਸ ਪੇਅਰ ਆਪਣੀ ਅਕੋਰਡਿੰਗਲੀ ਕਰ ਸਕਦਾ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ, ਪਹਿਲਾਂ ਜਿਹੜਾ ਰੂਲ ਸੀਗਾ ਇਨੀਸ਼ੀਅਲੀ ਜਦੋਂ GST ਲੱਗਾ ਉਦੋਂ ਸੀਗਾ ਕਿ IGST ਪਹਿਲਾਂ IGST ਦੀ ਆਊਟਸਟੈਂਡਿੰਗ ਲਾਇਬਿਲਿਟੀ ਨੂੰ ਮੀਟ ਕਰੂਗਾ, ਫਿਰ CGST ਨੂੰ ਮੀਟ ਕਰੂਗਾ, ਫਿਰ SGST ਨੂੰ ਮੀਟ ਕਰੂਗਾ, ਇਨ ਦੈਟ ਆਰਡਰ। ਪਹਿਲਾਂ IGST, ਫਿਰ CGST, ਫਿਰ SGST। ਜਿਹੜਾ ਹੁਣ ਨੋਟੀਫਿਕੇਸ਼ਨ ਆਈ, ਨੋਟੀਫਿਕੇਸ਼ਨ ਨੰਬਰ 16 ਆਫ 2019 ਡੇਟਡ 29 ਮਾਰਚ 2019, ਇਹਨੇ ਨਵਾਂ ਇੱਕ ਰੂਲ ਆਇਆ, ਰੂਲ 88A। ਉਹ 'ਚ ਇਹਨਾਂ ਨੇ ਕਿਹਾ ਕਿ ਜਿਹੜਾ IGST ਦਾ ITC ਹੈ, ਉਹ ਪਹਿਲਾਂ IGST ਦੀ ਆਊਟਸਟੈਂਡਿੰਗ ਲਾਇਬਿਲਿਟੀ ਨੂੰ ਫੁੱਲੀ ਮੀਟ ਕਰੇਗਾ। ਜਦੋਂ ਉਹ ਮੀਟ ਹੋਗੀ ਤਾਂ ਜਿਹੜਾ IGST ਦਾ ITC ਬਚ ਗਿਆ, ਇਟ ਕੈਨ ਬੀ ਯੂਜ਼ਡ ਫॉर ਮੀਟਿੰਗ CGST ਔਰ SGST ਐਜ਼ ਪਰ ਦ ਆਪਣਾ ਵਿਸ਼ ਆਫ ਦ ਟੈਕਸ ਪੇਅਰ। ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਹੁਣ ਸੀਕੁਐਂਸ ਕੀ, ਦੋ ਸੀਕੁਐਂਸ ਬਣ ਜਾਂਦੇ ਹੈਗੇ ਹੈ। Utilize the ITC of the IGST first for the discharge of the IGST liability, then for the CGST liability, and thereafter for the SGST or UTGST liability। एक तो सीक्वेंस आ बन जाता है। दूसरा सीक्वेंस की बनता है, utilize the ITC of IGST first for discharge of IGST liability, then for the SGST or UTGST, and thereafter for the CGST। ਹੁਣ ਇਹ 'ਚ ਆਪਣਾ ਹੁਣ ਕੰਪਲੀਟ ਹੋ ਗਿਆ। ਇੱਕ ਬਸ ਇਹਦਾ ਜਿਹੜਾ ਓਨਲੀ ਕੰਡੀਸ਼ਨ ਜਿਹੜੀ ਹੈਗੀ ਹੈ, the only condition that needs to be complied with by taxpayer is that ITC of the IGST has to be first fully utilized for the ITC before the ITC of CGST and SGST can be deployed for the discharge of the tax liability। मैं दोबारा रिपीट करता हूँ, ध्यान से सुनना। The only condition that needs to be complied with by the taxpayer is that the ITC of the IGST has to first fully utilized, ठीक है, before the ITSC of the CGST and SGST can be deployed for the discharge of the tax liability। ਹੁਣ ਇਹਨੂੰ ਆਪਾਂ ਇਹਦੀ ਜਿਹੜੀ ਲੀਗਲ ਲੈਂਗੁਏਜ ਹੈਗੀ ਉਹ ਪੜ੍ਹ ਲੈਂਦੇ ਹਾਂ। ਜਿਹੜੀ ਨੋਟੀਫਿਕੇਸ਼ਨ ਸੀਗੀ, ਵਾਈਡ ਨੋਟੀਫਿਕੇਸ਼ਨ ਨੰਬਰ 16 ਆਫ 2019 ਡੇਟਡ 29 ਮਾਰਚ 2019 read with circular number 98/17/2019 GST dated 29th April 2019। Rule 88A was introduced in the CGST Rules 2017, wherein it was provided that the ITC on account of indicated tax shall first be utilized towards payment of IGST, and the amount remaining, if any, may be utilized towards the payment of central tax or state tax or UT as the case may be in any order, provided the ITC on account of central tax and state tax and UT tax shall be utilized towards the payment of the integrated tax, state tax and central tax, state tax and union tax as the case may be, only after the ITC available on account of the integrated tax has been utilized fully। समझ आ गया जी? इनू एक बार दोबारा आप कर लें, थोड़ा जिहा ट्रिकी है। पहला सीगा बिल्कुल सिंपल, IGST तो पहला IGST यूज़ होगा, फिर CGST, फिर SGST इन दैट ऑर्डर। CGST, CGST, IGST, SGST, SGST, IGST। ये नोटिफिकेशन इन्होंने किया कि एक तो इन्होंने ऑर्डर डिफाइन करता कि पहला IGST, उस तो बाद जिमें भी तुसीं चाहो, पर बाकियां नूं करन तो पहला IGST फुली यूटिलाइज होना चाहिए। वो यूटिलाइज हो गया, फिर दूजे यूज़ होंगे। ਹੁਣ ਇਹਨੂੰ ਮੈਂ ਪੰਜਾਬੀ ਦੱਸਾਂ, ਹੁਣ ਲੈਂਗੁਏਜ ਆਪਾਂ ਦੁਬਾਰਾ ਪੜ੍ਹਦੇ ਹਾਂ, ਫਿਰ ਆਪਾਂ ਨੂੰ ਪੂਰਾ ਕਲੀਅਰ ਹੋ ਜਾਊਗਾ।
लैंग्वेज हैगी है कि प्रोवाइडेड दैट the ITC on account of central tax, state tax, UT tax shall be utilized toward the payment of integrated tax, central tax, state tax, UT tax, as the case may be, only after ITC available on account of integrated tax has first been utilized fully. ठीक है जी. सो ये अपना हो गया ਜਿਹੜਾ ਹੈਗਾ ITC ਦਾ ਟੌਪਿਕ. ਤੇ ਥੈਂਕ ਯੂ ਵੈਰੀ ਮਚ.